ਸਾਦਤ ਹਸਨ ਮੰਟੋ ਦੀ ਕਹਾਣੀ ਦੀਵਾਨ ਸਿੰਘ ਮਫਤੂਨ। ਸ਼ਬਦਕੋਸ਼ ਵਿੱਚ ਮਫਤੂਨ ਦਾ ਮਤਲਬ ਆਸ਼ਿਕ ਬਿਆਨ ਕੀਤਾ ਗਿਆ ਹੈ। ਹੁਣ ਜ਼ਰਾ ਇਸ ਆਸ਼ਿਕੇ ਜ਼ਾਰ ਦੇ ਹੁਲੀਏ ਤੇ ਮੁਲਾਜ਼ਾ ਫਰਮਾਓ। ਗੇਂਡਾ ਕੱਦ, ਭੱਦਾ ਜਿਸਮ, ਵੱਡੇ ਗੋਗੜ, ਵੱਡੇ ਸਿਰ ਤੇ ਵਿਰਲੇ ਖਿਚੜੀ ਵਾਲ ਜੋ ਵਾਲ ਕਹਾਉਣ ਦਾ ਹਰਗਿਜ਼ ਹੱਕ ਨਹੀਂ ਰੱਖਦੇ ਸਨ, ਤੇ ਜੇਕਰ ਇਕੱਠੇ ਕੀਤੇ ਜਾਣ ਤਾਂ ਬਾਮੁਸ਼ਕਲ ਕਿਸੇ ਕੱਟੜ ਬ੍ਰਾਹਮਣ ਦੀ ਚੋਟੀ ਬਣਨ। ਗੂੜਾ ਸੌਲਾ ਰੰਗ ਤੇ ਛੋਟੀ ਜਿਹੀ ਖੋਦੀ ਦਾੜੀ ਜੋ ਸ਼ਾਇਦ ਕਿਸੇ ਜ਼ਮਾਨੇ 'ਚ ਦਾੜੀਆਂ ਦੀ ਲਾਜ ਰੱਖਦੀ ਹੋਵੇ। ਅੱਖਾਂ ਨਾ ਵੱਡੀਆਂ ਨਾ ਛੋਟੀਆਂ, ਪਰ ਵਿੱਤੋਂ ਵੱਧ ਤੇਜ਼ ਤੇ ਬੇਕਰਾਰ। ਕੁੱਲ ਮਿਲਾ ਕੇ ਆਸ਼ਕੇ ਜ਼ਾਰ ਸਰਦਾਰ ਦੀਵਾਨ ਸਿੰਘ ਮਫਤੂਨ ਹਫ਼ਤਾਵਾਰ ਰਿਆਸਤ ਦੇਰੀ ਦਾ ਐਡੀਟਰ, ਕਿਸੇ ਜ਼ਮਾਨੇ 'ਚ ਰਾਜਿਆਂ ਮਹਾਰਾਜਿਆਂ ਤੇ ਨਵਾਬਾਂ ਦਾ ਦੁਸ਼ਮਣ, ਉਹਨਾਂ ਦੇ ਰਾਜ ਫਾਸ਼ ਕਰਨ ਵਾਲਾ ਮੱਦਾਰੀ, ਪੱਤਰਕਾਰਿਤਾ ਵਿੱਚ ਨਵਾਂ ਟਾਂਕਾ ਪਰ ਬੜੇ ਜ਼ੋਰਦਾਰ ਅੰਦਾਜ਼ੇ ਤਹਿਰੀਰ ਦਾ ਮਾਲਕ, ਦੋਸਤਾਂ ਦਾ ਦੋਸਤ ਸਗੋਂ ਖਾਦਮ ਤੇ ਦੁਸ਼ਮਣਾਂ ਦਾ ਜ਼ਾਲਮ ਤਰੀਨ ਦੁਸ਼ਮਣ। ਮਚਲਨ ਟਾਇਰ ਦਾ ਇਸ਼ਤਿਹਾਰ ਲੱਗਦਾ ਹੈ। ਫਰਕ ਸਿਰਫ ਇੰਨਾ ਹੈ ਕਿ ਇਸ਼ਤਿਹਾਰਾਂ ਵਿੱਚ ਜੋ ਟਾਇਰਾਂ ਦੀ ਬਣੀ ਹੋਈ ਇਨਸਾਨਨੁਮਾ ਸ਼ਕਲ ਹੁੰਦੀ ਹੈ ਉਹਦੇ ਜੋੜਾਂ 'ਚ ਦਰਦ ਨਹੀਂ ਹੁੰਦਾ, ਪਰ ਦੀਵਾਨ ਸਿੰਘ ਮਫਤੂਨ ਗੇਠੀਏ ਦਾ ਮਾਰਿਆ ਹੋਇਆ ਉਹਦਾ ਬੰਦ ਤੇ ਜੋੜ ਦਰਦ ਕਰਦਾ ਹੈ। ਤੁਸੀਂ ਉਹਦੇ ਮੇਜ਼ ਤੇ ਕਲਮ ਦਵਾਤ ਦੇ ਨਾਲ ਹਰ ਵੇਲੇ ਕਰੋਸ਼ਨ ਸਾਲਟ ਦੀ ਬੋਤਲ ਵੇਖ ਸਕਦੇ ਹੋ। ਇਹ ਬੋਤਲਾਂ ਕਲਮਦਾਨ ਦਾ ਇੱਕ ਜਿਹਾ ਹਿੱਸਾ ਬਣ ਕੇ ਰਹਿ ਗਈਆਂ। ਕਿਸੇ ਵੇਲੇ ਤੁਹਾਨੂੰ ਇੰਝ ਲੱਗੇਗਾ ਦੀਵਾਨ ਸਿੰਘ ਮਫਤੂਨ ਆਪਣੀ ਕਲਮ ਸਿਆਹੀ 'ਚ ਡੁਬਾਉਣ ਦੀ ਬਜਾਏ ਕਰੋਸ਼ਨ ਸਾਲਟ ਵਿੱਚ ਡੁਬਾਉਂਦਾ ਹੈ ਤੇ ਉਸੇ ਨਾਲ ਲਿਖਦਾ ਹੈ। ਜਿਸ ਤਰ੍ਹਾਂ ਦੀਵਾਨ ਸਿੰਘ ਮਫਤੂਨ ਦਾ ਕੋਈ ਪੁਰਜ਼ਾ ਸਿੱਧਾ ਨਹੀਂ, ਉਸੇ ਤਰ੍ਹਾਂ ਉਹਦੀ ਤਹਿਰੀਰ ਦਾ ਵੀ ਕੋਈ ਜੁਮਲਾ ਸਿੱਧਾ ਨਹੀਂ ਹੁੰਦਾ। ਅਦਬ ਦਾ ਤਾਂ ਪਤਾ ਨਹੀਂ ਉਹ ਕਦੋਂ ਤੋਂ ਖੂਨ ਕਰਦਾ ਆ ਰਿਹਾ ਹੈ, ਪਰ ਪੱਤਰਕਾਰਿਤਾ ਵਿੱਚ ਉਹਦਾ ਉਹੀ ਰੁਤਬਾ ਹੈ ਜੋ ਬੰਬੇ ਸੈਂਟੀਨਲ ਦੇ ਐਡੀਟਰ ਅਨਜਹਾਨੀ B.G. ਹਾਰਨੀਮੈਨ ਦਾ ਸੀ। ਸਗੋਂ ਮੈਂ ਸਮਝਦਾ ਉਹ ਤੋਂ ਬਲਿਸ਼ਤਰ ਪਰ ਉੱਚਾ ਹੀ ਹੋਣਾ ਹੈ। ਹਾਰਨੀਮੈਨ ਤਾਂ ਸਿਰਫ ਪੁਲਿਸ ਨਾਲ ਹੀ ਟੱਕਰ ਲੈਂਦਾ ਰਿਹਾ, ਪਰ ਦੀਵਾਨ ਸਿੰਘ ਮਫਤੂਨ ਨੇ ਆਪਣੀ ਭਲਵਾਨੀ ਦੇ ਦਮ ਕਈ ਅਖਾੜਿਆਂ 'ਚ ਦਿਖਾਏ। ਉਹਨਾਂ ਵੱਡੀਆਂ ਰਿਆਸਤਾਂ ਨਾਲ ਪੰਜਾ ਲੜਾਇਆ, ਅਕਾਲੀਆਂ ਨਾਲ ਟਕਰਾਅ ਹੋਇਆ, ਮਾਸਟਰ ਤਾਰਾ ਸਿੰਘ ਤੇ ਸਰਦਾਰ ਖੜਕ ਸਿੰਘ ਨਾਲ ਤਲਵਾਰਬਾਜ਼ੀ ਕੀਤੀ, ਮੁਸਲਿਮ ਲੀਗ ਨਾਲ ਚਾਰੇ ਪਾਸਿਓਂ ਲੜਿਆ, ਪੁਲਿਸ ਨੂੰ ਤਿਕੜੀ ਦਾ ਨਾਚ ਨਚਾਇਆ, ਖਵਾਜਾ ਗੇਸੂ ਦਰਾਜ ਹਜ਼ਰਤ ਹਸਨ ਨਿਜ਼ਾਮੀ ਨਾਲ ਹਾਸਾ ਮਜ਼ਾਕ ਕੀਤਾ, 30 ਤੋਂ ਕੁਝ ਉੱਤੇ ਮੁਕੱਦਮੇ ਚਲਵਾਏ, ਹਰ ਵਾਰੀ ਸੁਰਖਰੂ ਰਿਹਾ, ਲੱਖਾਂ ਸਗੋਂ ਕਰੋੜਾਂ ਕਮਾਏ ਤੇ ਉਡਾ ਦਿੱਤੇ। ਮੁਫਲਿਸੀ ਦੇ ਜ਼ਮਾਨੇ 'ਚ ਜੇਕਰ ਕੋਈ ਦੋਸਤ ਆਇਆ ਤਾਂ ਚੁਟਕੀਆਂ 'ਚ 420 ਕਰਕੇ ਰੁਪਇਆ ਹਾਸਲ ਕੀਤਾ ਤੇ ਉਹਦੀ ਖਾਤਰਦਾਰੀ ਤੇ ਖਰਚ ਕਰ ਦਿੱਤਾ। ਜੇਬਾਂ ਤੁੰਨ ਕੇ ਭਰੀ ਹੋਣ ਤੇ ਮੋਟਰਸਾਈਕਲ ਦੀ ਹੈੱਡਲਾਈਟ 'ਚ ਨੰਗੀਆਂ ਔਰਤਾਂ ਦਾ ਨਾਚ ਦੇਖਿਆ ਤੇ ਆਪਣੇ ਦੋਸਤਾਂ ਨੂੰ ਦਿਖਾਇਆ, ਖੁਦ ਘੱਟ ਪੀ ਕੇ ਆਪਣੇ ਦੋਸਤਾਂ ਨੂੰ ਰੱਜ ਕੇ ਪਿਆਈ। ਦੀਵਾਨ ਸਿੰਘ ਮਫਤੂਨ ਇਕਾਈ ਨਹੀਂ, ਉਹ ਦਹਾਈ ਸੈਂਕੜਾ ਹਜ਼ਾਰ ਹਨ, 10,000 ਹਨ, ਸਗੋਂ ਲੱਖ ਹਨ। ਉਹ ਇੱਕ ਅਜਾਇਬ ਘਰ ਹਨ ਜਿਸ ਵਿੱਚ ਸੈਂਕੜੇ ਨਹੀਂ ਸਗੋਂ ਹਜ਼ਾਰਾਂ ਨਾਦਰ ਦਸਤਾਵੇਜ਼ ਮੁਕੱਲਫ ਪਏ ਹਨ। ਉਹ ਇੱਕ ਬੈਂਕ ਹੈ ਜਿਹਦੇ ਲੈਜਰਾਂ ਵਿੱਚ ਕਰੋੜਾਂ ਦਾ ਹਿਸਾਬ ਦਰਜ ਹੈ। ਉਹ ਸਕਾਟਲੈਂਡ ਯਾਰਡ ਹੈ ਜਿਸ 'ਚ ਲੱਖਾਂ ਜਰਾਇਮ ਪੇਸ਼ਾ ਮਤਲਬ ਪਾਪਾਂ ਰਾਹੀਂ ਜੀਵਕਾ ਚਲਾਉਣ ਵਾਲੇ ਇਨਸਾਨਾਂ ਦੇ ਖੁਫੀਆ ਹਾਲਾਤ ਮੌਜੂਦ ਹਨ। ਜੇਕਰ ਉਹ ਅਮਰੀਕਾ 'ਚ ਹੁੰਦਾ ਤਾਂ ਉੱਥੋਂ ਦਾ ਸਭ ਤੋਂ ਵੱਡਾ ਗੈਂਗਸਟਰ ਹੁੰਦਾ। ਕਈ ਅਖਬਾਰ ਉਹਦੇ ਤਾਬੇ ਹੁੰਦੇ, ਵੱਡੇ ਯਹੂਦੀ ਸਰਮਾਏਦਾਰ ਉਹਦੇ ਇੱਕ ਇਸ਼ਾਰੇ ਤੇ ਨੱਚਦੇ। ਉਹ ਰੋਬਿਨ ਹੁੱਡ ਦਾ ਵੀ ਬਾਪ ਹੁੰਦਾ। ਮੁਫਲਿਸਾਂ ਲਈ ਉਹਦੀਆਂ ਤਿਜੋਰੀਆਂ ਹਰ ਵੇਲੇ ਖੁੱਲ੍ਹੀਆਂ ਰਹਿੰਦੀਆਂ। ਤੁਸੀਂ ਮਫਤੂਨ ਨੂੰ ਦੇਖੋਗੇ ਤਾਂ ਉਹਨੂੰ ਮਾਮੂਲੀ ਜਿਹਾ ਪੜ੍ਹਿਆ ਲਿਖਿਆ ਅਧਖੜ ਉਮਰ ਦਾ ਸਿੱਖ ਸਮਝੋਗੇ, ਪਰ ਉਹ ਬਹੁਤਾ ਪੜ੍ਹਿਆ ਲਿਖਿਆ ਹੈ। ਇੱਕ ਦਿਨ ਮੈਂ ਉਹਨਾਂ ਨੂੰ ਰਿਆਸਤ ਦੇ ਖੂਬਸੂਰਤ ਪਿਆਜੀ ਰੰਗ ਦੇ ਕਾਰਡਾਂ 'ਤੇ ਦਸਖਤ ਕਰਦਿਆਂ ਵੇਖਿਆ। ਕਾਰਡਾਂ ਦੀਆਂ 2-3 ਢੇਰੀਆਂ ਲੱਗੀਆਂ ਸਨ ਤੇ ਮੈਂ ਇੱਕ ਕਾਰਡ ਚੁੱਕ ਕੇ ਟਾਈਪਸ਼ੁਦਾ ਇਬਾਰਤ ਪੜ੍ਹੀ। ਬੈਰੂਨੀ ਮੁਲਕ ਦੀ ਕਿਸੇ ਫਰਮ ਕੋਲ ਫੇਰਿਸਤ ਭੇਜਣ ਦੀ ਦਰਖਾਸਤ ਕੀਤੀ ਗਈ ਸੀ। ਸਾਰੇ ਕਾਰਡ ਇਸੇ ਮਜ਼ਮੂਨ ਦੇ ਸਨ। ਮੈਨੂੰ ਬਹੁਤ ਹੈਰਾਨੀ ਹੋਈ ਕਿ ਇੰਨੀਆਂ ਫੇਰਿਸਤਾਂ ਮੰਗਵਾ ਕੇ ਸਰਦਾਰ ਸਾਹਿਬ ਕੀ ਕਰਨਗੇ। ਮੈਂ ਪੁੱਛਿਆ, ਮਫਤੂਨ ਸਾਹਿਬ, ਕੀ ਤੁਸੀਂ ਕੋਈ ਸਟੋਰ ਖੋਲ੍ਹਣ ਵਾਲੇ ਹੋ? ਸਿਰ ਨੂੰ ਵੱਖਰੇ ਅੰਦਾਜ਼ 'ਚ ਇੱਕ ਪਾਸੇ ਝਟਕਾ ਦੇ ਕੇ ਮਫਤੂਨ ਖੂਬ ਹੱਸ ਕੇ ਬੋਲਿਆ, ਨਹੀਂ ਮੰਟੋ ਸਾਹਿਬ, ਮੈਂ ਇਹ ਫੇਰਿਸਤਾਂ ਮੰਗਵਾ ਰਿਹਾ ਵੀ ਮੈਨੂੰ ਇਹਨਾਂ ਦੇ ਅਧਿਅਨ ਦਾ ਸ਼ੌਕ ਹੈ। ਮੇਰੀ ਹੈਰਾਨੀ 'ਚ ਹੋਰ ਇਜ਼ਾਫਾ ਹੋ ਗਿਆ। ਮੈਂ ਕਿਹਾ, ਤੁਸੀਂ ਅਧਿਅਨ ਸਾਂਝਾ ਕਰੋਗੇ ਕਿ ਯਾਨੀ ਫੇਰਿਸਤਾਂ ਤੋਂ ਹਾਸਲ ਕੀ ਹੋਏਗਾ? ਮਾਲੂਮਾਤ, ਮੈਂ ਆਪਣੇ ਮਾਲੂਮਾਤ ਵਿੱਚ ਇਸੇ ਤਰ੍ਹਾਂ ਇਜ਼ਾਫਾ ਕਰਿਆ ਕਰਦਾ। ਤੁਹਾਡੀ ਤਾਂ ਗੱਲ ਹੀ ਨਿਰਾਲੀ ਹੈ।
ਡਨਲਪ ਕੰਪਨੀ ਕੀ ਬਣਾਉਂਦੀ ਹੈ? ਉਹਨਾਂ ਨੇ ਇੱਕਦਮ ਮੈਨੂੰ ਸਵਾਲ ਕੀਤਾ। ਮੈਂ ਝੱਟ ਜਵਾਬ ਦਿੱਤਾ, ਟਾਇਰ। ਇਸ 'ਤੇ ਉਹਨਾਂ ਨੇ ਮੈਨੂੰ ਦੱਸਿਆ, ਡਨਲਪ ਕੰਪਨੀ ਸਿਰਫ ਟਾਇਰ ਟਿਊਬ ਹੀ ਨਹੀਂ ਬਣਾਉਂਦੀ, ਹਜ਼ਾਰਾਂ ਹੋਰ ਚੀਜ਼ਾਂ ਵੀ ਬਣਾਉਂਦੀ ਹੈ। ਗਾਫ ਵਾਲ, ਰਬੜ ਦੇ ਗੱਦੇ ਗੱਦੀਆਂ, ਰਬੜ ਸਪਰਿੰਗ, ਨਲਕੀਆਂ, ਹੌਜ਼ ਪਾਈਪ, ਖੁਦਾ ਜਾਣੇ ਕੀ। ਜਦੋਂ ਫੇਰਿਸਤਾਂ ਆਉਂਦੀਆਂ ਨੇ ਤਾਂ ਉਹ ਹਰ ਇੱਕ ਦਾ ਗੌਰ ਨਾਲ ਅਧਿਐਨ ਕਰਦਾ ਹੈ। ਇਸ ਲਈ ਮੈਂ ਕਿਹਾ ਕਿ ਸਰਦਾਰ ਦੀਵਾਨ ਸਿੰਘ ਮਫਤੂਨ ਬਹੁਤ ਪੜ੍ਹਿਆ ਲਿਖਿਆ ਆਦਮੀ ਹੈ। ਉਹ ਤਮਾਮ ਫੇਰਿਸਤਾਂ ਪੜ੍ਹਦਾ ਹੈ ਅਤੇ ਜਦੋਂ ਬੇਕਾਰ ਹੋ ਜਾਂਦੀਆਂ ਮੁਹੱਲੇ ਦੇ ਬੱਚਿਆਂ 'ਚ ਵੰਡ ਦਿੰਦਾ ਹੈ ਕਿ ਉਹ ਤਸਵੀਰਾਂ ਵੇਖਣ ਅਤੇ ਖੁਸ਼ ਹੋਣ। ਬੱਚਿਆਂ ਨਾਲ ਉਹਨੂੰ ਬਹੁਤ ਪਿਆਰ ਹੈ। ਬੈਰੂਨੀ ਦੇਸ਼ ਦੇ ਕਾਰਖਾਨਿਆਂ ਦੀਆਂ ਫੇਰਿਸਤਾਂ ਪੜ੍ਹ ਕੇ ਉਹ ਆਪਣੇ ਪਰਚਿਆਂ ਦੇ ਜ਼ੋਰਦਾਰ ਇਦਾਰੀਏ ਲਿਖਦਾ ਹੈ। ਨਾ ਕਾਬਲੇ ਫਰਾਮੋਸ਼ ਦਾ ਨਾ ਕਾਬਲੇ ਫਰਾਮੋਸ਼ ਕਾਲਮ ਲਿਖਦਾ ਹੈ। ਸਵਾਲਾਂ ਦਾ ਟਚਨ ਜਵਾਬ ਦਿੰਦਾ ਹੈ। ਵਿਆਖਿਆ ਦਾ ਹਰ ਥਾਵੇਂ ਖੂਨ ਕਰਦਾ ਹੈ। ਬਹੁਤ ਮਾੜੇ ਖੱਤ ਲਿਖਦਾ। ਜਿਹੋ ਜਿਹਾ ਆਪ ਟੇਢਾ ਮੇਢਾ ਉਸੇ ਤਰ੍ਹਾਂ ਉਹਦੇ ਕਾਲਮ 'ਚੋਂ ਨਿਕਲੇ ਹਰੂਫ ਟੇਢੇ ਮੇਢੇ ਹੁੰਦੇ ਆ। ਮੈਨੂੰ ਹੈਰਤ ਹੈ, ਕਾਤਿਬ ਉਹਦਾ ਲਿਖਿਆ ਹੋਇਆ ਖੱਤ ਕਿਵੇਂ ਪੜ੍ਹਦਾ। ਮੈਨੂੰ ਜਦੋਂ ਵੀ ਉਹਦਾ ਖੱਤ ਆਇਆ ਮੈਂ ਅੰਦਾਜ਼ਨ ਹੀ ਉਹਦਾ ਮਤਲਬ ਕੱਢਿਆ। ਦੂਜੀ ਵਾਰ ਗੌਰ ਨਾਲ ਮਤਲਬ ਸਮਝਣ ਦੀ ਕੋਸ਼ਿਸ਼ ਕੀਤੀ। ਪਤਾ ਲੱਗਿਆ ਮੈਂ ਪਹਿਲੀ ਨਜ਼ਰੇ ਜੋ ਮਤਲਬ ਕੱਢਿਆ ਸੀ ਬਿਲਕੁਲ ਗਲਤ ਸੀ। ਤੀਜੀ ਵਾਰੀ ਪੜ੍ਹਿਆ ਤਾਂ ਹਰੂਫ ਆਪਣੀ ਸਹੀ ਸ਼ਕਲ ਅਖਤਿਆਰ ਕਰਨ ਲੱਗਾ। ਚੌਥੀ ਮਰਤਬਾ ਇਬਾਰਤ ਮੁਕੰਮਲ ਤੌਰ 'ਤੇ ਰੌਸ਼ਨ ਹੋਈ। ਦੀਵਾਨ ਸਿੰਘ ਮਫਤੂਨ ਬਹੁਤ ਸੁਚੇਤ ਆਦਮੀ ਹੈ। ਪੂਰਾ ਇੱਕ ਮੁਹਾਵਰਾ ਹੀ ਹੈ, दूध का जला छाछ भी फूक फूक कर पीता है। ਉਹ ਛਾਛ ਤੋਂ ਇਲਾਵਾ ਪਾਣੀ ਵੀ ਫੂਕ ਫੂਕ ਕੇ ਪੀਂਦਾ ਹੈ। ਕਾਤਿਬ ਨੂੰ ਹਦਾਇਤ ਹੈ ਕਿ ਜਦੋਂ ਉਹਦੀਆਂ ਲਿਖੀਆਂ ਹੋਈਆਂ ਸਲਿੱਪਾਂ ਪੀਲੇ ਕਾਗਜ਼ 'ਤੇ ਲੱਥ ਜਾਣ ਤਾਂ ਫੌਰਨ ਵਾਪਸ ਕਰ ਦਿੱਤੀਆਂ ਜਾਣ। ਟਾਈਪ ਕੀਤੀ ਕਿਤਾਬ ਦੇ ਪ੍ਰੂਫ ਵਿੱਚ ਗਲਤੀਆਂ ਲਾਉਣ ਤੋਂ ਬਾਅਦ ਉਹ ਮੇਜ਼ 'ਤੇ ਪਈ ਕਾਲੀ ਸੰਦੂਕਚੀ ਖੋਲ੍ਹੂਗੇ ਅਤੇ ਉਸ 'ਚ ਸਾਰੀਆਂ ਸਲਿੱਪਾਂ ਰੱਖ ਕੇ ਉਹਨੂੰ ਮਹਿਫੂਜ਼ ਕਰ ਦੇਵੇਗਾ ਅਤੇ ਜਦੋਂ ਪਰਚਾ ਛਪ ਕੇ ਆ ਜਾਏਗਾ ਤਾਂ ਆਪਣੀਆਂ ਤਹਿਰੀਰਾਂ ਨੂੰ ਤਲਫ ਕਰ ਦੇਵੇਗਾ। ਪਤਾ ਨਹੀਂ ਇਹ ਇਹਤਿਆਤ ਕਿਉਂ ਵਰਤੀ ਜਾਂਦੀ ਹੈ। ਉਹਦੀ ਸਾਰੀ ਡਾਕ ਇੱਕ ਥੈਲੇ 'ਚ ਮੁਕੱਫਲ ਹੋ ਕੇ ਆਉਂਦੀ ਹੈ। ਖੋਲ੍ਹ ਕੇ ਉਹ ਇੱਕ ਇੱਕ ਖੱਤ ਇੱਕ ਅਖਬਾਰ ਬਾਹਰ ਕੱਢੇਗਾ, ਤਰਤੀਬਵਾਰ ਮੇਜ਼ 'ਤੇ ਰੱਖਦਾ ਜਾਏਗਾ। ਲਿਫਾਫਾ ਖੋਲ੍ਹ ਕੇ ਖੱਤ ਕੱਢਣ ਤੋਂ ਬਾਅਦ ਉਹ ਲਿਫਾਫਾ ਰੱਦੀ ਦੀ ਟੋਕਰੀ 'ਚ ਨਹੀਂ ਸੁੱਟਦਾ, ਸਗੋਂ ਖੱਤ 'ਤੇ ਪਿੰਨ ਲਾ ਕੇ ਨੱਥੀ ਕਰ ਦਿੰਦਾ ਹੈ। ਇਸੇ ਤਰ੍ਹਾਂ ਉਹ ਰਸਾਲਿਆਂ ਅਤੇ ਅਖਬਾਰਾਂ ਦੇ ਰੈਪਰ ਵੀ ਬੇਕਾਰ ਨਹੀਂ ਕਰਦਾ। ਮੈਂ ਇਸ ਤਰਜ਼ੇ ਅਮਲ ਦੇ ਮੁਤਲਕ ਪੁੱਛਿਆ ਤਾਂ ਜਵਾਬ ਮਿਲਿਆ, ਇਹਤਿਆਤ ਹਰ ਹਾਲਤ ਵਿੱਚ ਚੰਗੀ ਹੁੰਦੀ ਆ। ਹੋ ਸਕਦਾ ਮੈਂ ਕਿਸੇ ਅਖਬਾਰ ਜਾਂ ਰਸਾਲੇ ਖਿਲਾਫ ਮੁਕੱਦਮਾ ਕਰਨਾ ਚਾਹਾਂ ਤਾਂ ਹੁਣ ਕਾਨੂੰਨ ਤਾਂ ਇਹੀ ਆ ਵੀ ਜੇ ਲਾਹੌਰ ਦੇ ਕਿਸੇ ਅਖਬਾਰ ਜਾਂ ਰਸਾਲੇ ਨੇ ਮੇਰੇ ਖਿਲਾਫ ਲਿਖਿਆ ਅਤੇ ਉਹ ਰੈਪਰ ਜਿਸ 'ਤੇ ਮੇਰਾ ਨਾਂ ਅਤੇ ਪਤਾ ਦਰਜ ਆ, ਜੇਕਰ ਮੈਂ ਪੇਸ਼ ਨਹੀਂ ਕਰ ਸਕਦਾ ਤਾਂ ਮੁਕੱਦਮਾ ਸਿਰਫ ਲਾਹੌਰ 'ਚ ਹੀ ਚੱਲ ਸਕੇਗਾ। ਅਜਿਹੀ ਸੂਰਤ 'ਚ ਰੈਪਰ ਇਸ ਗੱਲ ਦਾ ਸਬੂਤ ਹੋਏਗਾ ਕਿ ਮੇਰੀ ਬੇਇੱਜ਼ਤੀ ਇੱਥੇ ਦਿੱਲੀ 'ਚ ਹੋਈ ਹੈ, ਜਿੱਥੇ ਮੈਨੂੰ ਇਹ ਪਰਚਾ ਇਰਸਾਲ ਕੀਤਾ ਗਿਆ ਹੈ। ਇਸ ਲਈ ਮੈਂ ਇੱਥੇ ਦਿੱਲੀ ਦੀ ਅਦਾਲਤ 'ਚ ਦਾਅਵਾ ਦਾਇਰ ਕਰ ਸਕਦਾ। ਦੀਵਾਨ ਸਿੰਘ ਮਫਤੂਨ 'ਤੇ ਜੋ ਆਖਰੀ ਮੁਕੱਦਮਾ ਚੱਲਿਆ ਬੜਾ ਖਤਰਨਾਕ ਸੀ। ਉਹ 'ਤੇ ਇੱਕ ਬੰਗਾਲੀ ਬਲੈਕਮੇਲਰ ਜਾਲੀ ਨੋਟ ਬਣਾਉਣ ਦੇ ਇਲਜ਼ਾਮ 'ਚ ਮਾਖੂਜ਼ ਸਨ। ਮੈਂ ਉਨੀ ਦਿਨ ਬੰਬਈ 'ਚ ਸਾਂ। ਇੱਕ ਦਿਨ ਮੈਨੂੰ ਮੁਸੱਵਰ ਵੀਕਲੀ ਦੀ ਮਾਰਫਤ ਇੱਕ ਟਾਈਪ ਕੀਤਾ ਹੋਇਆ ਖੱਤ ਮਿਲਿਆ ਜਿਸ 'ਤੇ ਕੋਈ ਦਸਖਤ ਨਹੀਂ ਸਨ। ਟਾਈਪ 'ਚ ਦੀਵਾਨ ਸਿੰਘ ਮਫਤੂਨ ਲਿਖਿਆ ਸੀ ਅਤੇ ਮੈਨੂੰ ਦਰਖਾਸਤ ਕੀਤੀ ਗਈ ਕਿ ਮੈਂ ਗਵਾਹ ਦੇ ਤੌਰ 'ਤੇ ਪੇਸ਼ ਹੋਵਾਂ। ਅਰਸਾ ਹੋਇਆ ਮੈਂ ਦਿੱਲੀ ਗਿਆ ਸੀ, ਉਹਨਾਂ ਦੀ ਖਿਦਮਤ 'ਚ ਹਾਜ਼ਰ ਹੋਇਆ ਸੀ। ਮੈਂ ਦਫ਼ਤਰ ਪਹੁੰਚਿਆ, ਉੱਥੇ ਕੋਈ ਵੀ ਨਹੀਂ ਸੀ। ਮੈਂ ਇੱਕ ਕੁਰਸੀ 'ਤੇ ਬੈਠ ਗਿਆ, ਕਮਰੇ ਦਾ ਜਾਇਜ਼ਾ ਲੈਣ ਲੱਗਾ। ਬਹੁਤ ਵੱਡਾ ਮੇਜ਼ ਸੀ ਜਿਹਦੇ ਦੋਵੇਂ ਪਾਸੇ ਰੇਡੀਓ ਪਏ ਸਨ। ਕਲਮਦਾਨ ਦੇ ਕੋਲ ਕਰੋਸ਼ਨ ਸਾਲਟ ਦੀਆਂ 2 ਬੋਤਲਾਂ ਸਨ। ਇੱਕ ਕੋਨੇ 'ਚ ਪਰਦੇ ਦੇ ਪਿੱਛੇ ਸੋਫੇ ਵਰਗੀ ਚੀਜ਼ ਸੀ ਜਿਸ 'ਤੇ ਸ਼ਾਇਦ ਦੀਵਾਨ ਸਾਹਿਬ ਇਸ ਤਰ੍ਹਾਂ ਹੱਥ ਫਰਮਾਉਂਦੇ ਹੋਣਗੇ। ਸਭ ਅਲਮਾਰੀਆਂ ਖੁੱਲ੍ਹੀਆਂ ਸਨ। ਮੈਂ ਇਹ ਅਤੇ ਦੂਜੀ ਤਫਸੀਲਾਤ ਮੁਸੱਵਰ ਵਿੱਚ ਇੱਕ ਮਜ਼ਮੂਨ ਦੀ ਸ਼ਕਲ 'ਚ ਛਾਪੀ ਸੀ ਅਤੇ ਕਿਹਾ ਸੀ ਜੇਕਰ ਇਸ ਕਮਰੇ 'ਚ ਛੋਟਾ ਜਿਹਾ ਕੰਪਾਰਟਮੈਂਟ ਬਣਵਾ ਦਿੱਤਾ ਜਾਂਦਾ ਜਿਸ 'ਚ ਕਮੋਡ ਹੁੰਦਾ ਤਾਂ ਇਹ ਕਮਰਾ ਕਿਸੇ ਰੇਲ ਦਾ ਬਹੁਤ ਵੱਡਾ ਡੱਬਾ ਦਿਖਾਈ ਦਿੰਦਾ। ਦੀਵਾਨ ਸਾਹਿਬ ਨੇ ਇਹ ਮਜ਼ਮੂਨ ਸੰਭਾਲ ਕੇ ਰੱਖਿਆ ਹੋਇਆ ਸੀ। ਜਦੋਂ ਪੁਲਿਸ ਨੇ ਛਾਪਾ ਮਾਰ ਕੇ ਇਸ ਕਮਰੇ ਦੀ ਅਲਮਾਰੀ 'ਚ ਇੱਕ ਕਿਤਾਬ 'ਚ ਰੱਖੇ ਹੋਏ 100 ਦੇ ਸ਼ਾਇਦ 6 ਨੋਟ ਕੱਢੇ ਤਾਂ ਸਰਦਾਰ ਸਾਹਿਬ ਦੀ ਗ੍ਰਿਫਤਾਰੀ ਅਮਲ 'ਚ ਆਈ ਤਾਂ ਉਹਨਾਂ ਨੇ ਮੈਨੂੰ ਸਫਾਈ ਦੇ ਗਵਾਹ ਵਜੋਂ ਰੱਖ ਲਿਆ। ਉਸ ਮਜ਼ਬੂਨ ਤੋਂ ਅਤੇ ਮੇਰੀ ਗਵਾਹੀ ਤੋਂ ਇਹ ਸਾਬਤ ਕਰਨ ਦਾ ਉਦੇਸ਼ ਸੀ ਕਿ ਉਹਨਾਂ ਦੇ ਦਫ਼ਤਰ 'ਚ ਕੋਈ ਵੀ ਵਿਅਕਤੀ ਬੇਰੋਕ ਟੋਕ ਆ ਜਾ ਸਕਦਾ ਹੈ। ਮੇਰਾ ਖਿਆਲ ਹੈ ਮੈਂ ਦਿੱਲੀ 'ਚ ਦੀਵਾਨ ਸਾਹਿਬ ਨਾਲ ਆਪਣੀ ਇਸ ਮੁਲਾਕਾਤ ਬਾਰੇ ਵੀ ਕੁਝ ਲਿਖ ਦੇਵਾਂ ਕਿ ਖਾਸੀ ਦਿਲਚਸਪ ਸੀ। ਦੇਰ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਨਾ ਆਏ ਤਾਂ ਮੈਂ ਚਲਾ ਗਿਆ। ਸ਼ਾਮ ਨੂੰ ਫੇਰ ਆਇਆ
ਤਾਂ ਉਹ ਦਫ਼ਤਰ 'ਚ ਮੌਜੂਦ ਸਨ। ਮਸਲਨ ਟਾਇਰ ਦਾ ਇਸ਼ਤਿਹਾਰ ਕੁਰਸੀ 'ਤੇ ਬੈਠਾ ਸੀ। ਸਿਰ 'ਤੇ ਛੋਟੀ ਜਿਹੀ ਸਫੈਦ ਪਗੜੀ, ਕਲਮ ਉਂਗਲਾਂ 'ਚ ਫੜੀ ਕੁਝ ਲਿਖ ਰਹੇ ਸਨ। ਐਨਕ ਦੇ ਸ਼ੀਸ਼ਿਆਂ ਪਿੱਛੇ ਅੱਖਾਂ ਕੁਝ ਅਜੀਬ ਅੰਦਾਜ਼ 'ਚ ਉੱਪਰ ਕਰਕੇ ਮੈਨੂੰ ਦੇਖ ਕੇ ਇੰਜ ਬੁੜਕੇ ਜਿਵੇਂ ਰਬੜ ਦੀ ਠੋਸ ਗੇਂਦ ਬੁੜਕਦੀ ਹੈ। ਮੈਨੂੰ ਘੁੱਟ-ਘੁੱਟ ਜੱਫੀਆਂ ਪਾਈਆਂ ਤੇ ਕਿਹਾ, ਮੈਨੂੰ ਪਤਾ ਲੱਗਾ ਸੀ ਵੀ ਤੁਸੀਂ ਆਏ ਸੋ। ਮੈਂ ਇੱਕ ਜ਼ਰੂਰੀ ਕੰਮ ਕਰਕੇ ਬਾਹਰ ਗਿਆ ਹੋਇਆ ਸੀ। ਮੈਨੂੰ ਬੈਠਣ ਲਈ ਕਿਹਾ, ਬੰਬੇ ਦੇ ਹਾਲਾਤ ਪੁੱਛੇ, ਇੱਧਰ ਉੱਧਰ ਦੀਆਂ ਗੱਲਾਂ ਮਾਰੀਆਂ, ਪਰ ਮੈਂ ਮਹਿਸੂਸ ਕਰ ਰਿਹਾ ਸਾਂ ਕਿ ਉਹ ਮੇਰੇ ਨਾਲ ਮੁਤਵਜ਼ੇ ਤਾਂ ਜ਼ਰੂਰ ਹਨ, ਪਰ ਉਹਨਾਂ ਦਾ ਦਿਮਾਗ ਕੁਝ ਹੋਰ ਹੀ ਸੋਚ ਰਿਹਾ। ਗੱਲਾਂ ਕਰਦੇ ਕਰਦੇ ਉਹਨਾਂ ਨੇ ਟੈਲੀਫੋਨ ਦਾ ਰਿਸੀਵਰ ਚੁੱਕਿਆ ਤੇ ਇੱਕ ਨੰਬਰ ਮਿਲਾ ਕੇ ਦੂਜੇ ਪਾਸੇ ਵਾਲੇ ਨੂੰ ਕਿਹਾ ਕਿ ਮੈਂ ਸੁੰਦਰ ਲਾਲ ਬੋਲ ਰਿਹਾ, ਨਵੀਂ ਦਿੱਲੀ ਤੋਂ। ਲਾਲਾ ਨੇ? ਕਿੱਥੇ ਗਏ ਨੇ? ਅੱਛਾ। ਉਹਨਾਂ ਦਾ ਦਫ਼ਤਰ ਪੁਰਾਣੀ ਦਿੱਲੀ 'ਚ ਸੀ ਤੇ ਇਹ ਵੀ ਜ਼ਾਹਰ ਹੈ ਕਿ ਸੁੰਦਰ ਲਾਲ ਨਹੀਂ, ਦੀਵਾਨ ਸਿੰਘ ਮਫਤੂਨ ਬੋਲ ਰਿਹਾ ਸੀ। ਦੌਰਾਨੇ ਗੁਫ਼ਤਗੂ ਉਹਨਾਂ ਨੇ ਕਈ ਵਾਰੀ ਇਸੇ ਤਰ੍ਹਾਂ ਮੁਖਤਲਿਫ ਨੰਬਰ ਮਿਲਾਏ ਤੇ ਜਾਲੀ ਨਾਵਾਂ ਦੇ ਨਾਲ ਲਾਲਾ ਬਾਰੇ ਪੁੱਛਿਆ ਕਿ ਉਹ ਕਿੱਥੇ ਆ। ਪਤਾ ਨਹੀਂ ਇੰਨੇ ਵੱਡੇ 420 ਸਨ, ਪਰ ਮੈਨੂੰ ਇੰਨਾ ਯਕੀਨ ਸੀ ਕਿ ਉਸ ਲਾਲੇ ਦੀ ਸ਼ਾਮਤ ਆ ਗਈ ਹੈ ਜਾਂ ਬਹੁਤ ਜਲਦੀ ਆਉਣ ਵਾਲੀ ਹੈ। ਟੈਲੀਫੋਨ ਦੇ ਜ਼ਰੀਏ ਸਭ ਕੁਝ ਪਤਾ ਚੱਲਿਆ ਜਾਂ ਨਹੀਂ, ਪਰ ਉਹਨਾਂ ਨੇ 16ਵੀਂ ਵਾਰ ਮੈਨੂੰ ਬੀਅਰ ਦੀ ਦਾਵਤ ਦੇਣ ਤੋਂ ਬਾਅਦ ਆਪਣੇ ਖਾਸ ਆਦਮੀ ਨੂੰ ਆਵਾਜ਼ ਮਾਰ ਕੇ ਬੁਲਾਇਆ, ਉਹਦੇ ਕੰਨ 'ਚ ਕੁਝ ਕਿਹਾ ਤੇ ਭੇਜ ਦਿੱਤਾ। ਫਿਰ ਉਹ ਮੇਰੇ ਨਾਲ ਮੁਖਾਤਿਬ ਹੋਏ। ਹਾਂ ਮੰਟੋ ਸਾਹਿਬ, ਤਾਂ ਬੀਅਰ ਮੰਗਵਾਵਾਂ ਤੁਹਾਡੇ ਲਈ? ਮੈਂ ਖਿਝ ਕੇ ਕਿਹਾ, ਸਰਦਾਰ ਸਾਹਿਬ, ਆਖਿਰਕਾਰ ਤੁਸੀਂ ਜ਼ੁਬਾਨੀ ਜਮ੍ਹਾਂ ਖਰਚ ਸਿੱਖ ਹੀ ਲਿਆ ਦਿੱਲੀ ਵਾਲਿਆਂ ਤੋਂ। ਮੰਗਵਾਓ। ਮੰਗਵਾਉਂਦੇ ਕਿਉਂ ਨਹੀਂ? ਮੇਰੀ ਗੱਲ ਸੁਣ ਕੇ ਦੀਵਾਨ ਸਾਹਿਬ ਰੱਜ ਕੇ ਹੱਸੇ ਤੇ ਫਿਰ ਦਿੱਲੀ ਯੂਪੀ ਦੇ ਮਸ਼ਹੂਰ ਲੋਕਾਂ ਬਾਰੇ ਚੁਟਕਲੇ ਸੁਣਾਉਣ ਲੱਗੇ। ਇਨਸਾਨ ਦੀ ਇਸ ਕਿਸਮ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਵੈਰ ਹੈ, ਕਿਉਂਕਿ ਜਦੋਂ ਵੀ ਉਹਨਾਂ ਨੂੰ ਆਪਣੇ ਦਫ਼ਤਰ 'ਚ ਕਿਸੇ ਮੁਲਾਜ਼ਮ ਦੀ ਜ਼ਰੂਰਤ ਹੁੰਦੀ ਤਾਂ ਇਸ਼ਤਿਹਾਰ ਵਿੱਚ ਇਹ ਗੱਲ ਖਾਸ ਤੌਰ 'ਤੇ ਲਿਖੀ ਹੁੰਦੀ ਕਿ ਸਿਰਫ ਪੰਜਾਬੀ ਦਰਖਾਸਤ ਭੇਜਣ। ਪਰ ਅਜੀਬ ਗੱਲ ਹੈ ਕਿ ਅਸੀਂ ਅਹਿਸਾਨ ਭਾਈ ਨੂੰ ਆਪਣਾ ਬਿਹਤਰੀਨ ਦੋਸਤ ਮੰਨਦੇ। ਉਹਨਾਂ ਦੇ ਦਿਲ 'ਚ ਯੂਪੀ ਦੇ ਇਸ ਬਸ਼ਿੰਦੇ ਦਾ ਬਹੁਤ ਇਹਤਰਾਮ ਹੈ। ਇੱਕ ਵਾਰੀ ਦੀਵਾਨ ਸਾਹਿਬ ਨੇ ਆਪਣੀ ਮੋਟਰ ਇੱਕ ਭੀੜੇ ਬਾਜ਼ਾਰ 'ਚੋਂ ਲੰਘਾਉਣੀ ਸੀ। ਮੈਂ ਉਹਨਾਂ ਦੇ ਨਾਲ ਸੀ। ਮੋਟਰ ਮੁੜੀ ਤਾਂ ਸੜਕ ਦੇ ਐਨ ਵਿਚਕਾਰ ਕੁਝ ਮੰਜੇ ਵਿਛੇ ਦਿਖਾਈ ਦਿੱਤੇ। ਉਹ ਲੋਹਾ ਲਾਖਾ ਹੋ ਗਏ ਤੇ ਲੱਗੇ ਦਿੱਲੀ ਵਾਲਿਆਂ ਤੇ ਉਹਨਾਂ ਦੀਆਂ ਪੁਸ਼ਤਾਂ ਨੂੰ ਖਰੀਆਂ ਸੁਣਾਉਣ, ਮੂਰਖੋ, ਤੁਹਾਡੇ ਵੱਡ ਵਡੇਰਿਆਂ ਨੇ ਵੀ ਇਸ ਤਰ੍ਹਾਂ ਮੰਜਿਆਂ 'ਤੇ ਸੌਂ ਕੇ ਆਪਣੀ ਸਲਤਨਤ ਦਾ ਬੇੜਾ ਗਰਕ ਕਰ ਛੱਡਿਆ। ਹੁਣ ਤੁਹਾਡੇ ਕੋਲ ਰਹਿ ਕੀ ਗਿਆ ਜਿਹਦਾ ਬੇੜਾ ਗਰਕ ਕਰੋਗੇ? ਖੁਦਾ ਤੁਹਾਡਾ ਬੇੜਾ ਗਰਕ ਕਰੇ। ਇੱਕ ਮੁੰਡੇ ਨੇ ਮੰਜਾ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਉਸ ਕੋਲੋਂ ਚੁੱਕਿਆ ਨਾ ਗਿਆ। ਦੀਵਾਨ ਸਾਹਿਬ ਮੋਟਰ 'ਚੋਂ ਬਾਹਰ ਨਿਕਲੇ, ਮੰਜੇ ਨੂੰ ਚੁੱਕ ਕੇ ਪਰਾਂ ਸੁੱਟ ਦਿੱਤਾ ਤੇ ਕਿਹਾ, ਬਰਖੁਰਦਾਰ, ਤੇਰੇ ਕੋਲੋਂ ਨਹੀਂ ਚੁੱਕੀ ਜਾਣੀ, ਜ਼ਰਾ ਆਪਣੀ ਕਮਰ ਤਾਂ ਵੇਖ। ਤੇਰੇ ਵਾਲਦ ਜ਼ਰੂਰ ਹੀ ਤੇਰੇ ਨਾਲੋਂ ਵੀ ਵੱਧ ਨਾਜ਼ੁਕ ਹੋਣਗੇ। ਉਹਨਾਂ ਕੋਲੋਂ ਤਾਂ ਜੰਗਲ ਪਾਣੀ ਜਾਂਦਿਆਂ ਲੋਟਾ ਵੀ ਨਹੀਂ ਚੁੱਕਿਆ ਜਾਂਦਾ ਹੋਣਾ। ਇੰਨਾ ਸੁਣ ਕੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਉਹਨਾਂ ਨੇ ਕਾਰਖਾਨੇ ਵਾਲਿਆਂ ਦੀ ਜ਼ੁਬਾਨ 'ਚ ਅੰਟ-ਸ਼ੰਟ ਬਕਣਾ ਸ਼ੁਰੂ ਕਰ ਦਿੱਤਾ, ਪਰ ਦੀਵਾਨ ਸਾਹਿਬ ਨੇ ਜਿਵੇਂ ਕੁਝ ਸੁਣਿਆ ਹੀ ਨਹੀਂ। ਮੋਟਰ 'ਚ ਆਰਾਮ ਨਾਲ ਬੈਠੇ ਤੇ ਚਲਾਉਣੀ ਸ਼ੁਰੂ ਕਰ ਦਿੱਤੀ। ਸਰਦਾਰ ਸਾਹਿਬ ਨੂੰ ਪੰਜਾਬੀ ਬਹੁਤ ਪਸੰਦ ਹੈ, ਸ਼ਾਇਦ ਇਸ ਲਈ ਕਿ ਉਹ ਇੱਕ ਜ਼ਮਾਨੇ ਤੋਂ ਦਿੱਲੀ ਅੰਦਰ ਡੇਰਾ ਜਮਾਈ ਬੈਠੇ ਹਨ, ਵਰਨਾ ਇਹ ਹਕੀਕਤ ਉਹਨਾਂ ਦੀਆਂ ਨਜ਼ਰਾਂ ਤੋਂ ਓਹਲੇ ਨਹੀਂ ਕਿ ਸਿਰਫ ਪੰਜਾਬੀ ਹੋਣਾ ਚੰਗੇ ਇਨਸਾਨ ਦੀ ਦਲੀਲ ਨਹੀਂ। ਉਹ ਹਿੱਕ 'ਤੇ ਹੱਥ ਰੱਖ ਕੇ ਕਦੇ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਦਫ਼ਤਰ ਦੀ ਮੁਲਾਜ਼ਮਤ ਦੇ ਸਿਲਸਿਲੇ 'ਚ ਪੰਜਾਬੀ ਹੋਣ ਦੀ ਸ਼ਰਤ ਰੱਖ ਕੇ ਉਹਨਾਂ ਨੇ ਹਮੇਸ਼ਾ ਫਾਇਦਾ ਹੀ ਚੁੱਕਿਆ। ਮੈਂ ਚੰਗੀ ਤਰ੍ਹਾਂ ਜਾਣਦਾ ਕਿ ਜਿੰਨਾ ਨੁਕਸਾਨ ਉਹਨਾਂ ਨੂੰ ਪੰਜਾਬੀਆਂ ਨੇ ਪਹੁੰਚਾਇਆ, ਉਹਦਾ 10ਵਾਂ ਹਿੱਸਾ ਵੀ ਦਿੱਲੀ ਯੂਪੀ ਵਾਲਿਆਂ ਨੇ ਨਹੀਂ ਪਹੁੰਚਾਇਆ। ਹੁਣ ਮੈਂ ਉਹਨਾਂ ਦੇ ਆਖਰੀ ਤੇ ਖਤਰਨਾਕ ਮੁਕੱਦਮੇ ਵੱਲ ਮੁੜਦਾ। ਮੈਂ ਦਿੱਲੀ ਗਿਆ। ਸਰਦਾਰ ਸਾਹਿਬ ਜ਼ਮਾਨਤ 'ਤੇ ਰਿਹਾ ਸਨ। ਪਤਾ ਲੱਗਾ ਕਿ ਉਹਨਾਂ ਨੂੰ ਤੰਗ ਕਰਨ ਲਈ ਉਹਨਾਂ ਦੇ ਮੁਕੱਦਮੇ ਦੀ ਸੁਣਵਾਈ ਦਿੱਲੀ ਤੋਂ ਬਹੁਤ ਦੂਰ ਗੁੜਗਾਉਂ ਦੀ ਇੱਕ ਅਦਾਲਤ ਵਿੱਚ ਹੋ ਰਹੀ ਹੈ। ਅਸੀਂ ਉੱਥੇ ਮੋਟਰ 'ਚ ਗਏ। ਵਕੀਲ ਨੇ ਮੈਨੂੰ ਸਮਝਾ ਦਿੱਤਾ ਸੀ ਕਿ ਮੈਂ ਕੀ ਕਹਿਣਾ ਹੈ, ਇਸ ਲਈ ਮੇਰੀ ਗਵਾਹੀ 10 ਮਿੰਟਾਂ ਦੇ ਵਿੱਚ ਹੀ ਖਤਮ ਹੋ ਗਈ। ਧੰਨਵਾਦ। ਚੱਲਦਾ।